ਆਈਲੈਟਸ ਕਿਉਂ ਕਰ ਰਹੀ ਹੈ? ਪਾਪਾ ਚਾਹੁੰਦੇ ਨੇ ਤਾਂ ਕਰ ਰਹੀ ਹਾਂ। ਇੰਨੀ ਕੁ ਉਮਰ 'ਚ ਹੁਣ ਆਈਲੈਟਸ ਹੋ ਜਾਊਗਾ, ਘਰ ਦੇ ਇਕੱਲੀ ਨੂੰ ਤੋਰਨਗੇ ਜਾਂ ਘਰ ਦੇ ਤੈਨੂੰ ਵੀ ਕਹਿੰਦੇ ਨੇ ਵਿਆਹ ਕਰਾ ਕੇ ਤੋਰਾਂਗੇ? ਤਾਂ ਮੇਰਾ ਤਾਂ ਦਿਲ ਹੈ ਕਿ ਇਕੱਲੀ ਜਾਵਾਂ। ਆਈਲੈਟਸ ਦੋਸਤਾਂ ਕਰਕੇ ਕਰ ਰਹੇ ਹੋ, ਮਾਂ ਪਿਓ ਕਰਕੇ ਕਰ ਰਹੇ ਹੋ, ਆਪਣੇ ਕਰਕੇ ਕਰ ਰਹੇ ਹੋ, ਜਾਂ ਕੀ ਕਾਰਨ ਹੈ? ਕੋਈ ਹੋਰ ਕਾਰਨ ਹੈ ਕੋਈ? ਦੇਖੋ ਜੀ, ਮੇਰੇ ਤਾਂ ਦੋ ਕਾਰਨ ਨੇ ਜੀ। ਪਹਿਲੀ ਗੱਲ ਤਾਂ ਮੈਨੂੰ ਪਿੰਡ 'ਚ ਪਹਿਲੇ ਦਿਨੋਂ ਹੀ ਨਿਕੰਮਾ ਕਹਿੰਦੇ ਨੇ ਵੀ ਇਹ ਕੁਛ ਕਰ ਨਹੀਂ ਸਕਦਾ ਹੈਗਾ। ਲੋਕ ਤਾਂ ਕਹਿ ਰਹੇ ਨਿਕੰਮੇ ਮੁੰਡਿਆਂ ਦੇ ਹੱਥ ਬਸ ਚੰਗੀਆਂ ਸਿਆਣੀਆਂ ਕੁੜੀਆਂ ਪੈ ਗਈਆਂ। ਸਰ ਕੁੜੀਆਂ ਵੀ ਇੰਨੀਆਂ ਸਿਆਣੀਆਂ ਨਹੀਂ ਹੁੰਦੀਆਂ, ਉਹਨਾਂ ਦੀ ਵਿੱਚ ਉਮਰ ਛੋਟੀ ਹੁੰਦੀ ਹੈ, ਨਿਆਣੀਆਂ ਹੁੰਦੀਆਂ ਨੇ, ਉਹ ਵੀ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈ ਸਕਦੀਆਂ ਹੈਗੀਆਂ ਉਸ ਟਾਈਮ 'ਤੇ। ਉਹਨਾਂ ਲੜਕੀਆਂ ਨੂੰ ਕੀ ਕਹੋਗੇ ਜਿਹੜੀਆਂ ਲੜਕੀਆਂ ਬਦਲ ਜਾਂਦੀਆਂ ਨੇ, ਖਾਸ ਕਰਕੇ ਜਿਹੜੇ ਗਲਤ ਹੈ, ਡੈਫੀਨੇਟਲੀ ਗਲਤ ਹੈ, ਪਰ 17-18 ਸਾਲ ਦੀ ਉਮਰ 'ਚ ਵਿਆਹ ਕਰਨਾ ਵੀ ਇੱਕ ਗਲਤ ਗੱਲ ਹੈ। +2 ਤੋਂ ਬਾਅਦ ਆਈਲੈਟਸ ਕਰਨ ਦਾ ਕਾਰਨ? ਸਰ ਇੱਥੇ ਫਿਊਚਰ ਨਹੀਂ ਹੈਗਾ ਸਰ। ਸਾਡੇ ਲਈ ਬਹੁਤ ਵੱਡੀ ਗੱਲ ਸੀ, ਜਾਤ ਤੋਂ ਬਾਹਰ ਵਿਆਹ ਨਹੀਂ ਕਰਾ ਸਕਦੇ, ਅਸੀਂ ਧਰਮ ਤੋਂ ਬਾਹਰ ਤਾਂ ਬਹੁਤ ਵੱਡਾ ਇਸ਼ੂ ਬਣਦਾ। ਪਰ ਆਈਲੈਟਸ ਦੇ ਵਿੱਚ ਇਹ ਸੰਭਾਵਨਾਵਾਂ ਵੱਧ ਗਈਆਂ ਨੇ ਕਿ ਲੜਕੀ ਤੇ ਲੜਕੇ ਬੜੇ ਸੋਚਣ ਲਈ ਮਜਬੂਰ ਹੋ ਗਏ ਨੇ ਕਿ ਬੱਚੇ ਦਾ ਭਵਿੱਖ ਦੇਖੋ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਗਾਣੀਆਂ, ਤੁਸੀਂ ਵੇਖ ਰਹੇ ਹੋ ਸਰਲੇਖ। ਜਦੋਂ ਦੁਨੀਆ ਦੇ ਵਿੱਚ ਕੋਈ ਚੀਜ਼ ਬਹੁਤ ਵੱਡੇ ਪੱਧਰ ਤੇ ਫੈਲਦੀ ਹੈ ਤਾਂ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਦਲਾਅ ਵੀ ਆਉਂਦਾ। ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾਂ ਸਾਡੇ ਗੀਤ ਬਦਲੇ, ਸਾਡਾ ਸਾਹਿਤ ਬਦਲਿਆ, ਸਾਡਾ ਸਮਾਜ ਬਦਲਿਆ, ਬਹੁਤ ਸਾਰੀ ਦੁਨੀਆ ਦੇ ਬਹੁਤ ਸਾਰੇ ਲੋਕਾਂ ਦੀ ਮਾਨਸਿਕਤਾ ਬਦਲੀ। ਦੁਨੀਆ ਦੇ ਵਿੱਚ ਆਈਲੈਟਸ ਬਹੁਤ ਵੱਡੇ ਪੱਧਰ ਤੇ ਫੈਲ ਰਿਹਾ ਹੈ, ਬਹੁਤ ਵੱਡੇ ਪੱਧਰ ਤੇ ਸਾਡਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਪ੍ਰਵਾਸ ਕਰ ਰਹੇ ਨੇ। ਸਾਡੀ ਇੱਥੋਂ ਦੀ ਜਵਾਨੀ ਆਪਣੇ ਆਪ ਨੂੰ ਆਪਣੇ ਹੀ ਮੁਲਕ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਆਖਿਰ ਕਿਉਂ ਆਈਲੈਟਸ ਕਰਕੇ ਨੌਜਵਾਨ ਕੈਨੇਡਾ, ਅਮਰੀਕਾ ਜਾਂ ਹੋਰ ਇੰਗਲੈਂਡ ਵਰਗੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਰੁਜ਼ਗਾਰ ਵਾਲੇ ਕਹਾਉਣਾ ਚਾਹੁੰਦੇ ਨੇ, ਆਪਣੇ ਆਪ ਨੂੰ ਜ਼ਿੰਦਗੀ ਭਰ ਚੰਗੇ ਭਵਿੱਖ ਦੇ ਸ਼ਿੰਗਾਰ ਨਾਲ ਸ਼ਿੰਗਾਰਨਾ ਚਾਹੁੰਦੇ ਨੇ। ਮੇਰੇ ਨਾਲ ਬਹੁਤ ਸਾਰੇ ਵਿਦਿਆਰਥੀ ਖੜ੍ਹੇ ਨੇ। ਅੱਜ ਅਸੀਂ ਮੂਨਕ ਦੇ ਵਿੱਚ ਹੈਸਟਿੰਗਜ਼ ਅਕੈਡਮੀ ਵਿਖੇ ਪਹੁੰਚੇ ਹਾਂ, ਜਿੱਥੇ ਬਹੁਤ ਸਾਰੇ ਵਿਦਿਆਰਥੀ ਹੋਰਾਂ ਇੰਸਟੀਚਿਊਟ ਦੇ ਵਾਂਗ ਆਈਲੈਟਸ ਕਰ ਰਹੇ ਨੇ। ਬਹੁਤ ਸਾਰੇ ਸਵਾਲ ਨੇ। ਆਈਲੈਟਸ ਦੇ ਨਾਲ ਸਾਡੇ ਸਮਾਜ ਦੇ ਵਿੱਚ ਬਹੁਤ ਕੁਝ ਬਦਲ ਗਿਆ। ਕੀ ਬਦਲ ਗਿਆ ਹੈ ਇਹ ਵਿਦਿਆਰਥੀ ਆਪਣੇ ਮੂੰਹੋਂ ਦੱਸਣਗੇ। ਕੀ ਨਾਮ ਹੈ ਤੁਹਾਡਾ? ਸ਼ਵੇਤਾ। ਸ਼ਵੇਤਾ, ਕੁਆਲੀਫਿਕੇਸ਼ਨ ਕੀ ਹੈ? ਬੀਕਾਮ ਆਨਰਸ। ਬੀਕਾਮ ਆਨਰਸ ਕਰ ਰਹੀ ਹੈ। ਬੀਕਾਮ ਆਨਰਸ ਦੇ ਨਾਲ ਨਾਲ ਆਈਲੈਟਸ ਕਿਉਂ ਚੁਣਿਆ? ਬਾਹਰ ਜਾਣ ਲਈ। ਬੀਕਾਮ ਇੱਕ ਚੰਗੀ ਡਿਗਰੀ ਹੈ, ਬਾਹਰ ਹੀ ਕਿਉਂ ਜਾਣਾ ਚਾਹੁੰਦੀ ਹੈ? ਆ ਬੀਕਾਮ ਕਰਕੇ ਇੱਥੇ ਹੀ ਆਪਣਾ ਭਵਿੱਖ ਚੰਗੇਰਾ ਕਿਉਂ ਨਹੀਂ ਬਣਾਉਣਾ ਚਾਹੁੰਦੀ? ਸਰ ਕੁਛ ਫੈਮਿਲੀ ਕਹਿ ਰਹੀ ਹੈ ਬਾਹਰ ਜਾਣ ਲਈ, ਕੁਛ ਐਂ ਕਿ ਬਾਹਰ ਜਾ ਕੇ ਸਕੋਪ ਵੀ ਜ਼ਿਆਦਾ ਔਰ ਪੈਸਾ ਵੀ ਜ਼ਿਆਦਾ ਹੈ। ਇੱਥੇ ਤੈਨੂੰ ਲੱਗਦਾ ਨਹੀਂ ਕਿ ਆਪਣੇ ਮੁਲਕ ਦੇ ਵਿੱਚ ਪੈਸਾ ਕਮਾਇਆ ਜਾ ਸਕਦਾ ਹੈ? ਸਰ ਅਪੋਰਚੁਨਿਟੀ ਬਹੁਤ ਸਾਰੀਆਂ ਹੈ ਇੱਥੇ ਵੀ, ਪਰ ਐਜ਼ ਕੰਪੇਅਰ ਟੂ ਫੋਰਨ ਉੱਥੇ ਕੁਝ ਜ਼ਿਆਦਾ ਹੀ ਹੈ, ਪੈਸੇ ਦੀ ਵੈਲਿਊ ਜ਼ਿਆਦਾ ਹੈ ਉੱਥੇ। ਉੱਥੇ ਆਪਾਂ ਪਾਰਟ ਟਾਈਮ ਜੋਬ ਵੀ ਕਰ ਸਕਦੇ ਆਪਣੀ ਸਟੱਡੀ ਦੇ ਨਾਲ ਨਾਲ, ਔਰ ਇੱਥੇ ਐਸਾ ਕੋਈ ਆਪਸ਼ਨ ਨਹੀਂ ਹੈ, ਘੱਟ ਆਪਸ਼ਨ ਨੇ। ਸਵੇਤਾ, ਜਦੋਂ ਪਹਿਲਾਂ ਲੜਕੀਆਂ ਦੇ ਵਿਆਹ ਕਰਦੇ ਸੀ ਲੋਕ, ਮਾਂ ਪਿਓ ਨੂੰ ਫਿਕਰ ਹੁੰਦਾ ਸੀ ਦਾਜ ਦਹੇਜ ਦਾ। ਅੱਜ ਇੱਕ ਆਈਲੈਟਸ ਨੇ ਲੜਕੀਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਤਬਦੀਲੀ ਇਹ ਲਿਆਂਦੀ ਕਿ ਮਾਂ ਪਿਓ ਨੂੰ ਦਾਜ ਦਾ ਫਿਕਰ ਮੁੱਕ ਚੁੱਕਾ ਹੈ। ਲੜਕੀ ਆਈਲੈਟਸ ਕਰ ਜੇ, 6-7 ਬੈਂਡ ਵਾਲਾ ਸਰਟੀਫਿਕੇਟ ਮਾਂ ਪਿਓ ਸਾਹਮਣੇ ਰੱਖਦੇ, ਲੜਕੀ ਵਾਲਿਆਂ ਨੂੰ ਕੁਛ ਕਰਨ ਦੀ ਲੋੜ ਨਹੀਂ, ਮੁੰਡੇ ਵਾਲੇ ਸਭ ਕੁਛ ਪੈਸਾ ਲਾਉਂਦੇ ਨੇ। ਇਹ ਵਰਤਾਰੇ ਬਾਰੇ ਕੀ ਸੋਚਦੀ ਹੈ ਸ਼ਵੇਤਾ? ਸਰ ਇਹ ਜੋ ਹੈ ਇਹ ਤਾਂ ਸਾਰਾ ਇੱਕ ਟਰੈਂਡ 'ਚ ਚੱਲ ਰਿਹਾ ਹੈ। ਮਤਲਬ ਲੜਕੀ ਨੇ ਆਇਲਸ ਕਰ ਲਈ, ਉਹਨੂੰ ਹੁਣ ਪੈਸਾ ਦੇਣ ਦੀ ਕੁਛ ਲੋੜ ਨਹੀਂ। ਉਹਨਾਂ ਨੂੰ ਐਂ ਹੁੰਦਾ ਵੀ ਅਸੀਂ ਆਪਣੀ ਲੜਕੀ ਨੂੰ ਪੜ੍ਹਾ ਲਿਖਾ ਦਿੱਤਾ, ਉਹਨੇ ਅੱਛੇ ਬੈਂਡ ਲੈ ਲਏ, ਹੁਣ ਉਹ ਬਾਹਰ ਜਾ ਕੇ ਆਪਣਾ ਫਿਊਚਰ ਬਣਾ ਲੂਗੀ, ਸਾਨੂੰ ਪੈਸਾ ਉਹਦੇ 'ਤੇ ਲਾਉਣ ਦੀ ਲੋੜ ਨਹੀਂ, ਕਿਉਂਕਿ ਉਹਦਾ ਸਾਰਾ ਪੈਸਾ ਤਾਂ ਅਸੀਂ ਉਹਦਾ ਬਾਹਰ ਜਾਣ 'ਤੇ ਲਾ ਦਿੰਦੇ ਹਾਂ। ਫਿਰ ਤਾਂ ਕਰਕੇ ਉਹ ਕਹਿੰਦੇ ਨੇ ਵੀ ਦਾਜ ਨੂੰ ਖ਼ਤਮ ਕਰੋ। ਤੁਹਾਨੂੰ ਲੱਗਦਾ ਹੈ ਵੀ ਇਹਦੇ ਨਾਲ ਕੁੜੀਆਂ ਦੀ ਵੈਲਿਊ ਵੱਧ ਗਈ?
ਨਹੀਂ ਸਰ ਐਸਾ ਕੁਝ ਨਹੀਂ ਹੈ ਕਿਉਂਕਿ ਬॉयਜ਼ ਵੀ ਆਇਲਸ ਕਰ ਹੀ ਰਹੇ ਨੇ ਜੋ ਬਾਹਰ ਜਾ ਰਹੇ ਨੇ, ਕੱਲੀਆਂ ਲੜਕੀਆਂ ਨਹੀਂ ਕਰ ਰਹੀਆਂ। ਨਹੀਂ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਇੱਕ +2 ਪਾਸ ਮੁੰਡਾ ਹੈਗਾ ਜਿਹਦੇ ਕੋਲ ਆਈਲੈਟਸ ਹੈ ਨਹੀਂ, ਚੰਗੀ ਜ਼ਮੀਨ ਜਾਇਦਾਦ ਪੈਸਾ ਟੱਕਾ ਸਭ ਹੈਗਾ, ਪਰ ਉਹਦੇ ਬਦਲੇ ਵਿੱਚ ਇੱਕ ਉਸ ਕੁੜੀ ਨਾਲ ਵਿਆਹ ਕਰਵਾਇਆ ਜਾਂਦਾ ਜਿਹੜੀ ਕੁੜੀ ਆਈਲੈਟਸ ਪਾਸ ਹੈ। ਤੇ ਜਿਵੇਂ ਲੋਕ ਤਾਂ ਕਹਿ ਰਹੇ ਨਿਕੰਮੇ ਮੁੰਡਿਆਂ ਦੇ ਹੱਥ ਵੱਸ ਚੰਗੀਆਂ ਸਿਆਣੀਆਂ ਕੁੜੀਆਂ ਪੈ ਗਈਆਂ। ਸਰ ਕੁੜੀਆਂ ਵੀ ਇੰਨੀਆਂ ਸਿਆਣੀਆਂ ਨਹੀਂ ਹੁੰਦੀਆਂ, ਉਹਨਾਂ ਦੀ ਵਿੱਚ ਉਮਰ ਛੋਟੀ ਹੁੰਦੀ ਹੈ, ਨਿਆਣੀਆਂ ਹੁੰਦੀਆਂ ਨੇ, ਉਹ ਵੀ ਆਪਣੀ ਜ਼ਿੰਦਗੀ ਦੇ ਫੈਸਲੇ ਨਹੀਂ ਲੈ ਸਕਦੀਆਂ ਹੈਗੀਆਂ ਉਸ ਟਾਈਮ ਤੇ। ਕੀ ਨਾਮ ਹੈ ਤੁਹਾਡਾ? ਪ੍ਰਵੀਨ। ਪ੍ਰਵੀਨ, ਕੁਆਲੀਫਿਕੇਸ਼ਨ? BA। BA? BA ਦੇ ਵਿੱਚ ਕੀ ਸਬਜੈਕਟ ਰੱਖੇ ਨੇ? ਜੀਓਗ੍ਰਾਫੀ, ਪੋਲੀਟੀਕਲ ਸਾਇੰਸ, ਇੰਗਲਿਸ਼ ਲਿਟਰੇਚਰ। ਲਿਟਰੇਚਰ ਇੰਗਲਿਸ਼ ਕਰ ਰਹੀ ਹੈ। ਲਿਟਰੇਚਰ ਇੰਗਲਿਸ਼ ਵਾਲੇ ਬੱਚੇ ਦਾ ਭਵਿੱਖ ਹੈ ਜਿਹੜਾ, ਜੇ ਟੀਚਿੰਗ ਲਾਈਨ 'ਚ ਮੰਨੀਏ ਤਾਂ ਸੇਫ ਹੈ। ਇੰਗਲਿਸ਼ ਦੇ ਵਿੱਚ ਲਗਭਗ ਤੁਸੀਂ ਟੀਚਰ ਜਿਹੜੇ ਬੱਚੇ ਲੱਗ ਜਾਂਦੇ ਨੇ। ਆਈਲੈਟਸ ਕਿਉਂ ਕਰ ਰਹੀ ਹੈ? ਪਾਪਾ ਚਾਹੁੰਦੇ ਨੇ ਤਾਂ ਕਰ ਰਹੀ ਹਾਂ। ਪ੍ਰਵੀਨ ਨਹੀਂ ਚਾਹੁੰਦੀ ਹੈਗੀ। ਕਿਤੇ ਨਾ ਕਿਤੇ ਪਾਪਾ ਦੀ ਖੁਸ਼ੀ ਲਈ ਓਬਵੀਅਸਲੀ ਚਾਹੁੰਦੀ ਹਾਂ। ਪਾਪਾ ਕਿਉਂ ਚਾਹੁੰਦੇ ਨੇ ਫਿਰ? ਪਾਪਾ ਵੀ ਦੱਸਦੇ ਹੋਣਗੇ ਵੀ ਮੈਂ ਕਿਉਂ ਚਾਹੁੰਦਾ ਗਾ। ਸਰ ਬੈਟਰ ਫਿਊਚਰ ਹੈ ਉੱਥੇ, ਇੱਥੇ ਅਨਇੰਪਲੋਇਮੈਂਟ ਹੋ ਰਿਹਾ, ਤਾਂ ਕਰਕੇ ਚਾਹੁੰਦੇ ਕਿ ਆਪਣੇ ਬੱਚੇ ਸਕਸੈਸਫੁਲ ਹੋ ਜਾਣ ਆਪਣੀ ਲਾਈਫ 'ਚ, ਆਪਣੇ ਪੈਰਾਂ 'ਤੇ ਖੜੀ ਹੋ ਜਾਏ। ਅਸੀਂ ਵੀ ਘੁੰਮ ਲਈਏ ਬਾਹਰ ਕਿ ਮੈਨੂੰ ਵੀ ਕੁਛ ਨਾ ਕੁਛ ਅੱਛੀ, ਸਾਡੀ ਵੀ ਫੈਮਿਲੀ ਬੈਟਰ ਹੋ ਜੂਗੀ, ਇੱਕ ਪਰਸਨ ਐਜੂਕੇਟ ਹੋ ਜੂਗਾ, ਅਤੇ ਮੈਨੂੰ ਵੀ ਇਹ ਕਿਤੇ ਨਾ ਕਿਤੇ ਫੈਮਿਲੀ ਦੀ ਫਾਈਨੈਂਸ਼ੀਅਲ ਕੰਡੀਸ਼ਨ ਅੱਛੀ ਕਰ ਦੂੰਗੀ ਕਿ ਆਪਣੇ ਛੋਟੇ ਬ੍ਰਦਰ ਸਿਸਟਰ ਨੂੰ ਬੈਟਰ ਲਾਈਫ ਦੇ ਸਕਾਂ। ਉਹ ਵੀ ਇੰਸਪਾਇਰ ਹੋਣਗੇ ਮੇਰੇ ਤੋਂ ਕਿ ਸਕਸੈਸਫੁਲ ਹੋਗੀ ਲਾਈਫ 'ਚ। ਕਿੰਨੇ ਭੈਣ ਭਰਾ ਹੋ ਤੁਸੀਂ? 4। ਜਿਹੜੇ ਦੂਸਰੇ ਭੈਣ ਭਰਾ ਨੇ ਉਹ ਕੀ ਕਰ ਰਹੇ ਨੇ? ਮੇਰੀ ਵੱਡੀ ਸਿਸਟਰ ਹੈ MCOM ਫਾਈਨਲ ਈਅਰ, ਅਤੇ ਮੇਰੀ ਛੋਟੀ ਸਿਸਟਰ 6th ਕਲਾਸ 'ਚ, ਫਿਰ ਮੇਰਾ ਬ੍ਰਦਰ ਹੈ 4th ਕਲਾਸ 'ਚ। ਇੰਨੀ ਕੁ ਉਮਰ 'ਚ ਹੁਣ ਆਈਲੈਟਸ ਹੋ ਜਾਊਗਾ, ਘਰ ਦੇ ਇਕੱਲੀ ਨੂੰ ਤੋਰਨਗੇ ਜਾਂ ਘਰ ਦੇ ਤੈਨੂੰ ਵੀ ਕਹਿੰਦੇ ਨੇ ਵਿਆਹ ਕਰਾ ਕੇ ਤੋਰਾਂਗੇ? ਇਸ ਤਾਂ ਮੇਰਾ ਤਾਂ ਦਿਲ ਹੈ ਕਿ ਇਕੱਲੀ ਜਾਵਾਂ, ਕਿ ਅਗਰ ਮੈਂ ਕਿਸੇ ਨਾਲ ਵਿਆਹ ਕਰਾਉਂਗੀ ਉਹਦੀ ਵੀ ਡਿਮਾਂਡਸ ਹੋਣਗੀਆਂ, ਇਹ ਕਰ ਉਹ ਕਰ। ਮੈਨੂੰ ਪਹਿਲਾਂ ਮੇਰੀ ਫੈਮਿਲੀ ਆ, ਸਿੱਧੀ ਜਿਹੀ ਗੱਲ ਹੈ। ਤਾਂ ਮੈਂ ਚਾਹੁੰਦੀ ਹਾਂ ਕਿ ਮੈਂ ਸਿੰਗਲ ਜਾਵਾਂ, ਕਿ ਮੈਂ ਆਪਣੀ ਫੈਮਿਲੀ ਦੀ ਲਾਈਫ ਬਣਾਵਾਂ ਪਹਿਲਾਂ, ਕਿਸੇ ਹੋਰ ਦੀ ਬਣਾਉਣ ਤੋਂ ਪਹਿਲਾਂ। ਇਟਸ ਬੈਟਰ। ਪ੍ਰਵੀਨ, ਬਹੁਤ ਵੱਡੇ ਪੱਧਰ 'ਤੇ ਇੱਕ ਵਰਤਾਰਾ ਵਾਪਰਿਆ। ਲੜਕੀਆਂ ਇੱਥੇ ਲੜਕਿਆਂ ਨਾਲ ਮੈਰਿਜ ਕਰਾਉਂਦੀਆਂ ਨੇ, ਲੜਕੇ ਵਾਲੇ ਕੁੜੀ 'ਤੇ ਪੈਸਾ ਲਾਉਂਦੇ ਨੇ, ਪਰ ਬਹੁਤ ਸਾਰੇ ਕੇਸ, ਬਹੁਤ ਸਾਰੇ ਤੁਸੀਂ ਲਵਪ੍ਰੀਤ ਵਾਲਾ ਮੁੱਦਾ ਜਾਂ ਹੋਰ ਬਹੁਤ ਸਾਰੇ ਕੇਸ ਤੁਸੀਂ ਅਖਬਾਰਾਂ 'ਚ ਸੁਰਖੀ ਪੜ੍ਹੇ ਹੋਣਗੇ, ਮੀਡੀਆ 'ਚ ਬਹੁਤ ਵੱਡੇ ਪੱਧਰ 'ਤੇ ਫੈਲਦੀਆਂ ਨੇ ਖਬਰਾਂ। ਇਹ ਕੀ ਲੱਗਦਾ ਇੱਥੇ ਕੁੜੀ ਵਾਲੇ ਗਲਤ ਨੇ, ਕੁੜੀ ਵਾਲੇ ਇਸ ਤਰ੍ਹਾਂ ਕਰ ਰਹੇ ਨੇ, ਜਾਂ ਕੀ ਲੱਗਦਾ ਮੁੰਡੇ ਵਾਲੇ ਇਸ ਤਰ੍ਹਾਂ ਦੇ ਜਿਹੜੇ ਕੰਟਰੈਕਟ ਮੈਰਿਜਾਂ ਨੇ, ਇਹ ਇਸ ਵਰਤਾਰੇ ਬਾਰੇ ਪ੍ਰਵੀਨ ਕੀ ਸੋਚਦੀ ਹੈ? ਮੈਨੂੰ ਲੱਗਦਾ ਸਰ ਲਾਈਫ 'ਚ ਸਕਸੈਸਫੁਲ ਹੋਣਾ ਜ਼ਰੂਰੀ ਹੈ, ਪਹਿਲਾਂ ਤਾਂ ਆਪਣੇ ਪੈਰਾਂ 'ਤੇ ਖੜੇ ਹੋਣਾ, ਅਤੇ ਉਹ ਇੱਕ ਸੌਦਾ ਹੀ ਹੈ ਇੱਕ ਤਰ੍ਹਾਂ ਦਾ ਕਿ ਕੁੜੀ ਨਾਲ ਇੱਕ ਆਈਲੈਟਸ ਕਰਕੇ ਵਿਆਹ ਕਰਾਉਣਾ। ਕਿਸ ਬਾਰੇ ਪੁੱਛਿਆ ਸੀ ਇੱਕ ਵਾਰ? ਜੇ ਇਹੀ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ, ਜੇ ਇਹ ਸੌਦਾ ਕੱਲ੍ਹ ਨੂੰ ਤੇਰੇ ਮਾਪੇ ਕਰ ਲੱਗੇ, ਹਾਂਜੀ, ਫਿਰ ਪ੍ਰਵੀਨ ਦਾ ਕੀ ਰਿਐਕਸ਼ਨ ਹੋਊਗਾ? ਮੰਨ ਜੂੰਗੀ ਪਾਪਾ ਦੀ ਖੁਸ਼ੀ ਲਈ, ਅਗਰ ਪਾਪਾ ਜਾਣਗੇ ਕਿ ਵਿਆਹ ਕਰਾ ਕੇ ਜਾ, ਬਟ ਆਈ ਥਿੰਕ ਨੋ, ਵਧੀਆ ਨਹੀਂ ਹੈਗਾ। ਉਹਨਾਂ ਲੜਕੀਆਂ ਨੂੰ ਕੀ ਕਹੋਗੇ ਜਿਹੜੀਆਂ ਲੜਕੀਆਂ ਬਦਲ ਜਾਂਦੀਆਂ ਨੇ, ਖਾਸ ਕਰਕੇ ਜਿਹੜੇ ਗਲਤ ਹੈ, ਡੈਫੀਨੇਟਲੀ ਗਲਤ ਹੈ, ਪਰ 17-18 ਸਾਲ ਦੀ ਉਮਰ 'ਚ ਵਿਆਹ ਕਰਨਾ ਵੀ ਇੱਕ ਗਲਤ ਗੱਲ ਹੈ ਕਿ ਬੱਚਾ, ਮੁੰਡਾ ਚਾਹੇ ਕੁੜੀ, ਦੋਨੋਂ ਹਾਲੇ ਰੈਡੀ ਨਹੀਂ ਹੁੰਦੇ ਉਸ ਉਮਰ 'ਚ ਵਿਆਹ ਲਈ, ਤਾਂ ਆਈ ਥਿੰਕ ਗਲਤ ਹੀ ਹੈ। ਕੀ ਨਾਮ ਹੈ ਤੁਹਾਡਾ? ਸਰ ਗੁਰਦਾਸ ਸਿੰਘ। ਗੁਰਦਾਸ, ਕੁਆਲੀਫਿਕੇਸ਼ਨ? ਸਰ MA ਸਬਜੈਕਟ MA ਦਾ? ਪਬਲਿਕ ਐਡਮਿਨਿਸਟ੍ਰੇਸ਼ਨ। ਪਬਲਿਕ ਐਡ ਦੀ MA ਕੀਤੀ ਹੈ, ਨੈਟ ਵੀ ਕਰ ਸਕਦਾ ਹੈ, JRF ਕਰ ਸਕਦਾ ਹੈ, MPhil PhD ਕਰ ਸਕਦਾ ਹੈ, MA ਤੋਂ ਬਾਅਦ ਆਈਲੈਟਸ ਕਰ ਰਿਹਾ, ਕੀ ਕਾਰਨ ਹੈ? ਸਰ ਇੱਥੇ ਕੋਈ ਰੁਜ਼ਗਾਰ ਨਹੀਂ ਹੈਗਾ, ਬੇਰੁਜ਼ਗਾਰ ਨੇ ਸਭ। ਸਰ ਹੁਣ ਦੇਖਿਆ ਹੀ ਆਪਾਂ ਨੇ ਪਿੱਛੇ ਟੀਚਰਾਂ, ਦੇਖੋ ਮਾਨਸਾ 'ਚ ਕੀ ਹੋਇਆ, ਉਸ ਤੋਂ ਬਾਅਦ ਸੰਗਰੂਰ 'ਚ ਦੇਖਿਆ ਆਪਾਂ ਨੇ ਕੀ ਕੁਛ ਹੈ ਟੀਚਰਾਂ ਨਾਲ। ਇੱਥੇ ਕੋਈ ਰੁਜ਼ਗਾਰ ਨਹੀਂ ਮਿਲਿਆ, ਸਭ ਬੇਰੁਜ਼ਗਾਰ ਨੇ, ਤਾਂ ਕਰਕੇ ਸਭ ਬਾਹਰ ਜਾ ਰਹੇ ਪਰੇ। 2 ਆਪਸ਼ਨਾਂ ਨੇ, ਗੁਰਦਾਸ ਆਈਲੈਟਸ ਕਲੀਅਰ ਕਰਦਾ ਹੈ, ਆਪਣੇ ਬਲਬੂਤੇ ਆਪਣੀ ਮਿਹਨਤ ਸਦਕੇ ਜਾਂਦਾ ਹੈ। ਦੂਸਰੀ ਜਿਹੜੀ ਆਪਸ਼ਨ ਬਹੁਤ ਸਾਰੇ ਲੋਕ ਅਪਣਾ ਰਹੇ ਨੇ ਕਿ ਕੁੜੀ ਲੱਭਦੇ ਨੇ ਆਈਲੈਟਸ ਵਾਲੀ, ਮੁੰਡਾ ਪੈਸੇ ਲਾਉਂਦਾ। ਗੁਰਦਾਸ ਇਸ ਬਾਰੇ ਕੀ ਕਹੂਗਾ? ਸਰ ਜੇ ਕੁੜੀ ਲੱਭਣੀ ਹੁੰਦੀ ਤਾਂ ਆ ਪਾਇਲਟਸ ਕਰਨ ਦੀ ਜ਼ਰੂਰਤ ਹੀ ਨਹੀਂ ਸੀ, ਫਿਰ ਕੁੜੀ ਲੱਭਦੇ, ਫਿਰ ਇੱਥੇ ਆਉਣ ਦੀ ਲੋੜ ਨਹੀਂ ਸੀ, ਫਿਰ ਕੁੜੀ ਲੱਭਣੀ ਸੀ, ਪੈਸੇ ਲਾਉਣੇ ਸੀ, ਬਾਹਰ ਜਾਣਾ ਸੀ। ਕੀ ਲੱਗਦਾ ਹੈ ਕੁੜੀਆਂ ਜ਼ਿਆਦਾ ਆਈਲੈਟਸ ਕਰ ਲੱਗ ਰਹੀਆਂ ਨੇ, ਜਾਂ ਕੀ ਕਾਰਨ ਹੈ? ਬਹੁਤ ਸਾਰੇ ਮੁੰਡੇ ਘਰਾਂ 'ਚ ਬੈਠੇ ਇਹੀ ਭਾਲਦੇ ਨੇ, ਫਿਰ ਕਹਿੰਦੇ ਨੇ ਸਾਡੇ ਨਾਲ ਧੋਖਾ ਹੋ ਗਿਆ। ਸਰ ਮੁੰਡਿਆਂ ਨੂੰ ਇਹ ਵੀ ਆਪਾਂ ਕੁੜੀ ਨੂੰ ਬਸ ਆਈਲੈਟਸ ਕਰਾਈਏ, ਪੈਸੇ ਲਾਈ ਤੇ ਆਪਾਂ ਜਾਈਏ, ਉਹ ਜ਼ਿਆਦਾਤਰ ਕੁੜੀਆਂ 'ਤੇ ਡਿਪੈਂਡ ਹੋ ਰਹੇ ਨੇ, ਆਪ ਕਰ ਨਹੀਂ ਰਹੇ ਆਈਲੈਟਸ। ਤੁਸੀਂ ਇਹ ਗੱਲ ਮੰਨਦੇ ਹੋ ਇਸ ਗੱਲ ਨੂੰ ਕਿ ਜਿਵੇਂ ਮੁੰਡੇ ਇੱਥੇ ਕੰਮ ਕਰਕੇ ਰਾਜੀ ਨਹੀਂ, ਉੱਥੇ ਬਹੁਤ ਮਿਹਨਤ ਕਰਦੇ ਨੇ? ਬਹੁਤ ਸਾਰੇ ਮਾਤਾ ਪਿਤਾ ਸਿਰਫ ਇਹੀ ਸੋਚਦੇ ਨੇ ਕਿ ਮੁੰਡੇ ਕੋਲ ਜ਼ਮੀਨ ਜਾਇਦਾਦ ਪੈਸਾ ਟੱਕਾ ਸਭ ਹੈਗਾ,
ਤੇ ਬਸ ਕੁੜੀ ਲੱਭੋ, ਵਿਆਹ ਕਰ ਦਈਏ। ਗੁਰਦਾਸ ਉਹਨਾਂ ਮੁੰਡਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹੈ? ਸਰ ਮੈਂ ਨਹੀਂ ਚਾਹੁੰਦਾ ਵੀ ਕੋਈ ਕੁੜੀ ਲੱਭ ਕੇ ਸਿੱਧਾ ਐਂ ਵਿਆਹ ਕਰਵਾ ਕੇ ਜਾਵੇ, ਕਿਉਂ +2 ਕਰਕੇ ਜ਼ਿਆਦਾਤਰ ਕੁੜੀਆਂ ਆਈਲੈਟਸ ਕਰ ਰਹੀਆਂ ਨੇ। ਉਹਨਾਂ ਨੂੰ ਇੰਨੀ ਉਮਰ 'ਚ ਸਮਝ ਨਹੀਂ ਹੁੰਦੀ 18 ਸਾਲ ਦੀ ਉਮਰ 'ਚ ਵੀ ਵਿਆਹ ਬਾਰੇ ਵੀ ਆਪਾਂ ਕੀ ਰਿਲੇਸ਼ਨ ਹੈ ਆਪਣੇ, ਕੀ ਨਹੀਂ, ਵੀ ਆਪਾਂ ਕਿਵੇਂ ਰਹਿ ਸਕਦੇ ਹਾਂ। ਇਹ ਚੀਜ਼ ਬਾਰੇ ਤਾਂ ਕਰਕੇ ਉੱਥੇ ਜਾ ਕੇ ਥੋੜ੍ਹਾ ਫਰਕ ਪੈਂਦਾ ਇਹਨਾਂ ਦਾ ਆਪਸ 'ਚ, ਤਾਂ ਕਰਕੇ ਕੁੜੀਆਂ ਇੱਥੇ ਜ਼ਿਆਦਾ ਜਿਵੇਂ ਲਵਪ੍ਰੀਤ ਦਾ ਹੋਇਆ ਇਹ ਚੀਜ਼ਾਂ ਹੋ ਰਹੀਆਂ ਨੇ। ਕੀ ਨਾਮ ਤੁਹਾਡਾ? ਨਰਿੰਦਰ ਸਿੰਘ, ਕੁਆਲੀਫਿਕੇਸ਼ਨ? +2 ਆਰਟਸ। +2 'ਚ ਕੀ ਸਬਜੈਕਟ ਨੇ? ਜੀਓਗ੍ਰਾਫੀ, ਪੋਲੀਟੀਕਲ ਸਾਇੰਸ ਤੇ ਫਿਜ਼ੀਕਲ ਐਜੂਕੇਸ਼ਨ। ਆਈਲੈਟਸ ਦੋਸਤਾਂ ਕਰਕੇ ਕਰ ਰਹੇ ਹੋ, ਮਾਂ ਪਿਓ ਕਰਕੇ ਕਰ ਰਹੇ ਹੋ, ਆਪਣੇ ਕਰਕੇ ਕਰ ਰਹੇ ਹੋ, ਜਾਂ ਕੀ ਕਾਰਨ ਹੈ, ਜਾਂ ਕੋਈ ਹੋਰ ਕਾਰਨ ਹੈ ਕੋਈ? ਦੇਖੋ ਜੀ, ਮੇਰੇ ਤਾਂ 2 ਕਾਰਨ ਨੇ ਜੀ। ਪਹਿਲੀ ਗੱਲ ਤਾਂ ਮੈਨੂੰ ਪਿੰਡ 'ਚ ਪਹਿਲੇ ਹੀ ਦਿਨੋਂ ਹੀ ਨਿਕੰਮਾ ਕਹਿੰਦੇ ਨੇ ਵੀ ਇਹ ਕੁਝ ਕਰ ਨਹੀਂ ਸਕਦਾ ਹੈਗਾ। ਪਹਿਲੀ ਗੱਲ ਤਾਂ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਵੀ ਮੈਂ ਕਰ ਸਕਦਾ ਸਭ ਕੁਝ। ਅਤੇ ਦੂਜੀ ਗੱਲ ਇੱਥੇ ਪਹਿਲੀ ਗੱਲ ਵੀ ਇੱਥੇ ਕੁਛ ਵੀ ਨਹੀਂ, ਰੁਜ਼ਗਾਰ ਤਾਂ ਹੈ ਹੀ ਨਹੀਂ ਇੱਥੇ, ਨਾ ਸੁਰੱਖਿਅਤ ਭਵਿੱਖ ਹੈਗਾ ਆਪਣਾ, ਇਸ ਲਈ ਕਰ ਰਹੇ ਹਾਂ ਜਿਵੇਂ। ਸਰਕਾਰਾਂ ਕਹਿ ਰਹੀਆਂ ਨੇ ਆ ਜਿਹੜੇ ਹੁਣ ਵੋਟਾਂ ਸਿਰ 'ਤੇ ਨੇਗੀਆਂ, ਇਹ ਕਹਿੰਦੇ ਨੇ ਅਸੀਂ ਕਹਿੰਦੇ 10 ਲੱਖ ਲੋਨ ਦੇਵਾਂਗੇ, ਠੀਕ ਹੈ, ਬਾਹਰ ਜਾਣ ਵਾਸਤੇ। ਉਹ ਉਹਨਾਂ ਦੀ ਮਾਨਸਿਕਤਾ ਬਾਰੇ ਕੀ ਕਹੋਗੇ? ਇਹ ਤਾਂ ਜੀ ਤੁਹਾਨੂੰ ਪਤਾ ਹੀ ਹੈ, ਪਹਿਲਾਂ ਕੈਪਟਨ ਹੋਰਾਂ ਨੇ ਕਿਹਾ ਸੀ ਵੀ ਫੋਨ ਦੇਵਾਂਗੇ, ਤੁਸੀਂ ਕਹਿੰਦਾ ਸਰਕਾਰ ਬਣ ਦਿਓ ਜਿਹਨਾਂ ਦੀ, ਇਹਨੇ ਤੁਹਾਨੂੰ ਕਦੇ ਪੁੱਛਣਾ ਵੀ ਨਹੀਂ ਹੈਗਾ ਵੀ ਤੁਸੀਂ ਕੌਣ ਹੋ। ਇਹ ਆਉਂਦੀ 5 ਸਾਲ ਬਾਅਦ ਨੇ, ਜਦੋਂ ਵੋਟਾਂ ਆਉਣੀਆਂ ਹੋਣੀਆਂ 6 ਮਹੀਨੇ ਪਹਿਲਾਂ ਹੀ, 2 ਮਹੀਨੇ ਪਹਿਲਾਂ ਹੀ, ਬਸ ਉਹਦੀ ਕਹਿੰਦੇ ਹੁੰਦੇ ਨੇ ਇਹ ਝੂਠੇ ਵਾਅਦੇ ਨੇ ਜੀ, ਹੋਰ ਕੁਝ ਨਹੀਂ ਹੈਗਾ। ਜਿਹੜੇ ਲੋਕ ਕਦੇ ਇਹ ਕਹਿੰਦੇ ਸੀ ਕਿ ਪੰਜਾਬੀ ਨੂੰ, ਖਾਸ ਕਰਕੇ ਸਾਡੇ ਪਿੰਡ ਵਾਲਿਆਂ ਨੂੰ ਵੀ ਇਹਨਾਂ ਨੂੰ ਅੰਗਰੇਜ਼ੀ ਔਖੀ ਲੱਗਦੀ ਹੈ, ਸਰਕਾਰੀ ਸਕੂਲ 'ਚ ਪੜ੍ਹੇ ਹੁੰਦੇ ਨੇ, ਇਹਨੇ ਅੰਗਰੇਜ਼ੀ ਤੋਂ ਭੱਜਦੇ ਨੇ, ਤੇ ਉਸੇ ਪਿੰਡ ਵਾਲਿਆਂ ਨੇ ਅੰਗਰੇਜ਼ੀ ਦੇ ਵੱਟ ਕੱਢਤੇ। ਹਾਂਜੀ, ਕੱਢਤੇ ਕੱਢਤੇ ਹੈ। ਇਸ ਬਾਰੇ ਕੀ ਸੋਚਦੇ ਹੋ? ਸਾਡੇ ਮੁੰਡੇ ਕਿਸੇ ਨੂੰ ਘੱਟ ਨਹੀਂ ਹੈਗੇ? ਦੇਖੋ ਜੀ, ਤਾਂ ਪੰਜਾਬੀਆਂ ਦੀ ਉਹ ਹੈ ਵੀ ਜਿਹੜੀ ਚੀਜ਼ ਦੇ ਮਗਰ ਪੈ ਜਾਣ ਫਿਰ ਉਹਨੂੰ ਪੂਰਾ ਕਰਕੇ ਹੀ ਛੱਡਦੇ ਹੁੰਦੇ ਨੇ। ਹੁਣ ਤੁਸੀਂ ਦੇਖੀ ਹੋਣਾ ਵੀ ਆਪਣਾ ਇਹ 'ਚ ਵੀ ਫਸਲਾਂ ਉਗਾਉਣ 'ਚ ਆਪਾਂ ਮੂਹਰੇ ਆ ਹੁਣ ਦਿੱਲੀ ਤੋਂ ਜਿੱਤ ਕੇ ਆਏ ਆਪਾਂ ਕਿਹੜੀ ਚੀਜ਼ 'ਚ ਮੂਹਰੇ ਨਹੀਂ ਹੈਗੇ ਜੀ, ਹਰੇਕ ਚੀਜ਼ 'ਚ ਮੂਹਰੇ ਆਪਾਂ। ਜੇ ਕਿਸੇ ਵੀ ਮਤਲਬ ਵੀ ਕਿਸੇ ਵੀ ਚੀਜ਼ ਨੂੰ ਧਾਰ ਲੈਣ ਮਨ 'ਚ ਵੀ ਆਪਾਂ ਇਹ ਕਰਕੇ ਹਟਣੀ ਹੈ, ਫਿਰ ਉਹ ਪੂਰੀ ਕਰਕੇ ਛੱਡਦੇ ਹੁੰਦੇ ਨੇ। ਤੁਹਾਡਾ ਕੀ ਨਾਮ ਹੈ? ਰਵਿੰਦਰ ਸਿੰਘ। ਕੁਆਲੀਫਿਕੇਸ਼ਨ? ਮੈਂ +2 ਕੀਤੀ ਹੈ ਸਰ। +2 ਤੋਂ ਬਾਅਦ ਆਈਲੈਟਸ ਕਰਨ ਦਾ ਕਾਰਨ? ਸਰ ਇੱਥੇ ਫਿਊਚਰ ਨਹੀਂ ਹੈਗਾ ਸਰ, ਕਿਉਂਕਿ ਬਾਹਰ ਬਹੁਤ ਸਾਰੀਆਂ ਫੈਸਿਲਿਟੀਜ਼ ਨੇ ਐਜ਼ ਕੰਪੇਅਰ ਟੂ ਸਾਡੇ ਨੇਸ਼ਨ ਦੇ ਅਕੋਰਡਿੰਗ। ਜਿਵੇਂ ਸਰ ਲਾ ਸਕਦੇ ਹੋ ਤੁਸੀਂ ਸਰ ਹੈਲਥ ਦੇ ਰਿਲੇਟਡ, ਐਜੂਕੇਸ਼ਨ ਦੇ ਰਿਲੇਟਡ, ਅਤੇ ਨਾਲੇ ਸਰ ਉੱਥੇ ਮਿਹਨਤ ਕਰੇ ਦਾ ਬੰਦੇ ਦਾ ਮੁੱਲ ਪੈਂਦਾ ਸਰ। ਇੱਥੇ ਮਿਹਨਤ ਦਾ ਮੁੱਲ ਹੈ ਨਹੀਂ ਹੈ। ਇੱਥੇ ਬਹੁਤ ਸਾਰੇ ਨੌਜਵਾਨ ਨੇ ਅਜਿਹੇ ਜਿਨ੍ਹਾਂ ਨੇ, ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੀ ਨੌਜਵਾਨ ਪੀੜ੍ਹੀ ਅਜਿਹੀ ਵੀ ਹੈਗੀ ਹੈ ਜਿਨ੍ਹਾਂ ਨੇ ਇੱਥੇ ਬਹੁਤ ਕੁਛ ਕਰਤਾ। ਤੁਹਾਡੀ ਇਹ ਮਾਨਸਿਕਤਾ ਇਹ ਕਿਉਂ ਬਣਦੀ ਨਜ਼ਰ ਆਉਂਦੀ ਹੈ ਵੀ ਇੱਥੇ ਉਹ ਨਹੀਂ ਹੈਗਾ ਜੋ ਸਾਨੂੰ ਕੈਨੇਡਾ ਅਮਰੀਕਾ ਜਾ ਕੇ ਮਿਲੂਗਾ? ਸਰ ਇੱਥੇ ਮਿਹਨਤ ਸਾਰੇ ਕਰਦੇ ਨੇ, ਪਰ ਕਿਸੇ ਨੂੰ ਆਪਦੇ ਸ਼ੌਂਕ ਪੂਰੇ ਕਰਨ ਦਾ ਸਰ ਆਫਰ ਮਿਲਦਾ ਹੈ। ਪਰ ਬਾਹਰ ਜਿਹੜਾ ਬੰਦਾ ਮਿਹਨਤ ਕਰਦਾ ਹੈ ਉਹ ਆਪਦੇ ਸ਼ੌਂਕ ਵੀ ਪੂਰੇ ਕਰਦਾ ਹੈ ਅਤੇ ਆਪਦੇ ਮਾਂ-ਪਿਓ ਨੂੰ ਵੀ ਵਿਖਾਉਂਦਾ ਕਿ ਮੈਂ ਬਹੁਤ ਕੁਛ ਕਰ ਸਕਦਾ। ਕੀ ਨਾਮ ਹੈ ਤੁਹਾਡਾ? ਰਮਨਦੀਪ। ਰਮਨਦੀਪ, ਕੁਆਲੀਫਿਕੇਸ਼ਨ? +2। ਕਿੱਥੇ ਜਿਹੜਾ ਆਈਲੈਟਸ ਕਰਕੇ? ਕੈਨੇਡਾ। ਕੈਨੇਡਾ ਚੁਣਨ ਦਾ ਕਾਰਨ? ਭੈਣ ਜਾ ਰਹੇ ਨੇ ਉੱਥੇ, ਬਾਕੀ ਘਰ ਦੇ ਵੀ ਕਹਿ ਰਹੇ ਨੇ ਵੀ ਉੱਥੇ ਹੀ ਆ। ਅੱਛਾ, ਸਿਸਟਰ ਪਹਿਲਾਂ ਗਈ ਹੋਈ ਹੈ? ਸਿਸਟਰ ਕਿਵੇਂ ਗਈ ਸੀ? ਆਈਲੈਟਸ ਕਰਕੇ ਜਾਂ ਕੋਈ ਹੋਰ ਕਾਰਨ? ਨਾ, ਵਿਆਹ ਕਰਾ ਕੇ। ਮੁੰਡੇ ਨੇ ਆਈਲੈਟਸ ਕੀਤਾ ਹੋਇਆ ਸੀ? ਪੈਸਾ ਤੁਸੀਂ ਲਾਇਆ ਸੀ? ਪੈਸਾ ਤਾਂ ਅਸੀਂ ਹੈ। ਹਾਂਜੀ। ਰਮਨ, ਹੁਣ ਤੂੰ ਕਿਵੇਂ ਜਾਵੇਂਗਾ? ਮੈਂ ਦੇਖਦਾ ਜੀ, ਜਿਵੇਂ ਜਾਏਗਾ ਉਵੇਂ ਜਾਊਂਗਾ। ਹੈ, ਜਿਵੇਂ ਆਇਆ ਸੈੱਟ ਜੀ ਉਵੇਂ ਜਾਊਂਗਾ। ਕਿ ਰਮਨ ਵੀ ਵਿਆਹ ਕਰਾ ਕੇ ਜਾਊਗਾ? ਵਿਆਹ ਵਾਲਾ ਹੀ ਸਿਸਟਮ ਔਖਾ ਹੈ। ਕਿਉਂ ਆਪ ਹੀ ਦੇਖ। ਔਖਾ ਕਾਹਤੋਂ ਹੈ? ਜੀ ਉਹ ਪੈਸੇ ਡੁੱਬ ਗਏ ਜੀ, ਫਿਰ ਕੀ ਫਾਇਦਾ। ਉਦੋਂ ਚੰਗਾ ਉਰੀ ਕਰ ਲਾਂਗੇ ਜੀ ਕੋਈ ਬਿਜ਼ਨਸ। ਜਿਹੜਾ ਇਹ ਡਰ ਹੈ ਪੈਸੇ ਡੁੱਬਣ ਵਾਲਾ, ਇਹ ਕਿਵੇਂ ਫੀਲ ਹੁੰਦਾ ਹੈ ਰਮਨ ਨੂੰ? ਵੀ ਕਿੱਥੋਂ ਲੱਗਦਾ ਵੀ ਇਹ ਪੈਸੇ ਡੁੱਬ ਜਾਣਗੇ? ਜਦੋਂ ਆਮ ਤੌਰ 'ਤੇ ਜੋ ਰਿਸ਼ਤੇ ਹੁੰਦੇ ਨੇ ਵਿਚਾਲੇ ਭੂਆ, ਮਾਮੇ, ਮਾਸੀਆਂ, ਜਿਹੜਾ ਸਾਡਾ ਆਲਾ ਦੁਆਲਾ ਹੈਗਾ ਉਹੀ ਰਿਸ਼ਤੇ ਕਰਾਉਂਦਾ ਹੈਗਾ, ਠੀਕ ਹੈ। ਇਹ ਰਮਨ ਦੇ ਅੰਦਰ ਡਰ ਕਿਵੇਂ ਪੈਦਾ ਹੋ ਗਿਆ? ਦੇਖਦਾ ਜੀ ਲੋਕਾਂ ਦਾ ਜਿਵੇਂ ਹੋ ਰਿਹਾ ਸਾਰਾ ਸਿਸਟਮ, ਬਾਕੀ ਜੀ ਕਿਸੇ ਦੇ ਕੋਈ ਭਰੋਸਾ ਨਹੀਂ ਹੈਗਾ। ਕੀ ਨਾਮ ਹੈ ਤੁਹਾਡਾ? ਸੁਖਮਨ ਕੌਰ। ਸੁਖਮਨ, ਕੁਆਲੀਫਿਕੇਸ਼ਨ? ਐਮਕੋਮ, ਮਾਸਟਰਸ ਇਨ ਕਾਮਰਸ। ਤੇ ਐਮਕੋਮ ਕਰ ਰਹੀ ਹੈ, ਬੈਂਕ 'ਚ ਲੱਗ ਜਾ, ਹੋਰ ਕੰਮ ਕਰ ਲੈ ਕੋਈ। सर बैंक के बहुत सारे फॉर्म्स भरे हैं, एग्ज़ाम भी दिते हैं, पर 1-2 नंबर तो रह जाता है सर हर बार। तो हुण फिर करप्शन बहुत ज़्यादा सर, पैसे मंगते ने 5 लाख दो, 10 दो, 20 दो, 35 लाख दे दो, तो वो नहीं है सर।
ਕਰਪਸ਼ਨ ਕਰਕੇ ਨਹੀਂ ਹੋ ਪਾ ਰਿਹਾ। ਸੁਖਮਨ, ਆਈਲੈਟਸ ਨੇ ਲਵ ਮੈਰਿਜ ਦੇ ਕਨਸੈਪਟ ਨੂੰ ਬਦਲ ਕੇ ਰੱਖਤਾ। ਜਿਹੜੇ ਮਾਂ ਪਿਓ ਕਿਤੇ ਕੁੜੀ ਕਹਿੰਦੀ ਮੇਰੇ ਮੁੰਡਾ ਪਸੰਦ ਹੈ ਡੰਗ ਚੱਕ ਲੈਂਦੇ ਸੀ, ਅੱਜ ਉਹੀ ਮਾਂ ਪਿਓ ਕਹਿ ਰਹੇ ਨੇ ਪੁੱਤ ਆਈਲੈਟਸ ਕਰ ਜਾ ਧੀਏ ਬਣ ਕੇ, ਸਾਨੂੰ ਜਿਹੜਾ ਮੁੰਡਾ ਜਿਹੜਾ ਮਰਜ਼ੀ ਕਹਿ ਦੀ ਅਸੀਂ ਉੱਥੇ ਵਿਆਹ ਕਰ ਦਾਂਗੇ। ਬਦਲ ਗਿਆ सर इसलिए बदल गया क्योंकि दहेज नहीं देना पड़ेगा। वो आईलेट्स करेगी, मुंडे वाले पैसे लाएंगे, 2 ही बार जाएंगे। ਇਹਦੇ ਬਹੁਤ ਖਤਰਨਾਕ ਨਤੀਜੇ ਸਾਹਮਣੇ आ रहे हैं। यस सर, अगर छोटी एज +2 के बाद बहुत से कर रहे हैं, इनके अंदर इतनी सोचने समझने की ताकत नहीं है कि ये वहाँ पे जाके अपने हस्बैंड कहेगा कि हाँ ये करना है वो करना है, ऐसा नहीं करना। उसके अकॉर्डिंग अगर नहीं कर पाई तो डिवोर्स फाइल हो जाते ने, बट ये ठीक नहीं है। ਤੁਸੀਂ ਮੈਰਿਡ ਹੋ? ਵਿਆਹ ਤੋਂ ਪਹਿਲਾਂ ਸੋਚਿਆ ਜੀ ਆਈਲੈਟਸ ਕਰਨਾ ਜਾਂ ਬਾਅਦ ਦੇ ਵਿੱਚ ਹੁਣ ਕਨਸੈਪਟ ਦਿਮਾਗ 'ਚ ਆਇਆ? आया सर ऑलमोस्ट 2 महीने पहले, क्योंकि कुछ बना ही नहीं, फिर यही ठीक है। उधर स्कोप है सर। मेरे ਵਿਆਹ ਨੂੰ 3 ਸਾਲ ਹੋ ਗਏ ਨੇ ਤੇ ਮੇਰਾ 2 ਸਾਲ ਦਾ ਬੱਚਾ ਹੈ। ਸਾਡਾ ਵੀ ਫਿਊਚਰ ਹੋਊਗਾ, ਨਾਲੇ ਉਹਦਾ ਵੀ ਹੋਊਗਾ। ਸਾਡਾ ਪ੍ਰਾਹੁਣਾ ਹੀ ਕਰਦਾ ਹੈ? सर वो प्लेयर हैं कबड्डी के, सर्कल कबड्डी खेलते हैं। ਕੀ ਨਾਮ ਹੈ? जसविंदर सिंह ਕਿੱਥੋਂ? सर साधनवास तो JG कॉलेज गुरने कला। उन्होंने सर्कल कबड्डी खेली है, टग ऑफ वार में गोल्ड मेडल भी दवाया उन्होंने। ਅੱਛਾ, ਜਸਵਿੰਦਰ ਦਾ ਕੁਝ ਬਣਿਆ ਫਿਰ ਉਦੋਂ ਬਾਅਦ? नो सर, सर फंडिंग नहीं होती स्पोर्ट्स में, पैसे नहीं देते है कि सर। उन्होंने मतलब मेडल्स दिवाए हैं, उन्होंने लिए भी हुण तक मतलब ਜਿਹੜੇ ਉਹਨਾਂ ਦੇ ਆਉਂਦੇ हैं प्राइजेस आते हैं, उन्होंने का भी पैसा हाले तक नहीं आया। कम तो कम 40-50 हज़ार हो रहा है सर उन्होंने का मेडल्स के अकॉर्डिंग, पर नहीं देंगे है, यूनिवर्सिटी भी नहीं देती हैगी सर। ਆਈਲੈਟਸ ਨੇ ਜਾਤ ਤੋੜਤੀ, ਧਰਮ ਤੋੜਤਾ। ਅਸੀਂ ਸਾਡੇ ਲਈ ਬਹੁਤ ਵੱਡੀ ਗੱਲ ਸੀ ਜਾਤ ਤੋਂ ਬਾਹਰ ਵਿਆਹ ਨਹੀਂ ਕਰਾ ਸਕਦੇ, ਅਸੀਂ ਧਰਮ ਤੋਂ ਬਾਹਰ ਤਾਂ ਬਹੁਤ ਵੱਡਾ ਇਸ਼ੂ ਬਣਦਾ। ਪਰ ਆਈਲੈਟਸ ਦੇ ਵਿੱਚ ਇਹ ਸੰਭਾਵਨਾਵਾਂ ਵੱਧ ਗਈਆਂ ਨੇ ਕਿ ਲੜਕੀ ਤੇ ਲੜਕੇ ਬੜੇ ਸੋਚਣ ਲਈ ਮਜਬੂਰ ਹੋ ਗਏ ਨੇ ਕਿ ਬੱਚੇ ਦਾ ਭਵਿੱਖ ਦੇਖੋ, ਬੱਚੇ ਦੀ ਖੁਸ਼ੀ ਦੇਖੋ। ਸੁਖਮਨ ਇਸ ਬਾਰੇ ਕੀ ਕਹਿੰਦੀ ਹੈ? ਸਰ ਪੇਰੈਂਟਸ ਭਵਿੱਖ ਵੱਧ ਦੇਖਦੇ ਨੇ ਤੇ ਇੰਪਲੋਇਮੈਂਟ ਇੱਧਰ ਘੱਟ ਹੈ। ਪੇਰੈਂਟਸ ਵੱਧ ਤੋਂ ਵੱਧ ਇਹੀ ਚਾਹੁੰਦੇ ਨੇ ਕਿ ਸਾਡਾ ਜਵਾਕ ਹੈ, ਚਾਹੇ ਮੁੰਡਾ ਹੈ ਜਾਂ ਕੁੜੀ ਹੈ, ਵਧੀਆ ਇੰਪਲੋਇਮੈਂਟ ਲਵੇ, ਸਕਸੈਸਫੁਲ ਹੋਵੇ ਆਪਣੀ ਜ਼ਿੰਦਗੀ 'ਚ, ਭਾਵੇਂ ਉਹਦੇ ਲਈ ਕੁਝ ਵੀ ਕਰਨਾ ਪਵੇ। ਇੰਟਰਕਾਸਟ ਮੈਰਿਜ ਹੋਊਗੀ, ਲਵ ਮੈਰਿਜ ਹੋਊਗੀ, ਜੋ ਵੀ ਹੈ, ਪੇਰੈਂਟਸ ਸਿਰਫ ਇਹੀ ਚਾਹੁੰਦੇ ਨੇ ਕਿ ਸਾਡਾ ਜਵਾਕ ਹੈ ਜਿਹੜਾ ਹੈ ਉਹ ਸਕਸੈਸਫੁਲ ਹੋਵੇ। ਤੁਹਾਨੂੰ ਕੀ ਲੱਗਦਾ, ਤੁਸੀਂ ਐਮਕਾਮ ਕੀਤੀ ਹੈ, ਇੱਕ ਐਮਕਾਮ ਵਾਲੀ ਲੜਕੀ ਸਰਕਾਰ ਤੋਂ ਕੀ ਮੰਗ ਰੱਖਦੀ ਹੈ ਵੀ ਸਾਨੂੰ ਤਾਂ ਜੇ ਇੱਥੇ ਤੁਸੀਂ ਕੀ ਕਹਿ ਸਕਦੇ ਹੋ ਸਰਕਾਰ ਨੂੰ ਤੁਸੀਂ ਇਸ ਮਸਲੇ 'ਤੇ? ਸਰ ਇੰਪਲੋਇਮੈਂਟ ਹੋਵੇ ਵੱਧ ਤੋਂ ਵੱਧ, ਕਰਪਸ਼ਨ ਖਤਮ ਹੋਵੇ। ਜਿਹੜੇ ਕਹਿੰਦੇ ਨੇ ਵੀ ਹਾਂ ਇੰਨੇ ਲੱਖ ਦਿਓ, ਇੰਨੀ ਇਹ ਪੋਸਟ ਦੇ ਦਾਂਗੇ, ਇਹ ਦੇ ਦਾਂਗੇ, ਸਰ ਉਹ ਸਭ ਤੋਂ ਪਹਿਲੇ ਖਤਮ ਹੋਣਾ ਚਾਹੀਦਾ ਹੈ। ਮੇਨ ਰੀਜ਼ਨ ਇੰਪਲੋਇਮੈਂਟ ਹੈ, ਇੰਪਲੋਇਮੈਂਟ ਹੋਣੀ ਚਾਹੀਦੀ ਹੈ, ਇਹ ਸਭ ਤੋਂ ਬੜਾ ਰੀਜ਼ਨ ਹੈ। ਜੇ ਇੱਥੇ ਇੰਪਲੋਇਮੈਂਟ ਮਿਲ ਜੂਗੀ ਸਰ, ਸਾਨੂੰ ਬਾਹਰ ਜਾ ਕੇ ਕੀ ਕਰਨਾ ਹੈ, ਇੱਥੇ ਹੀ ਕਰ ਲਾਂਗੇ। ਸਰਕਾਰ ਇਹ ਕਹਿ ਰਹੀ ਹੈ ਕਿ ਤੁਹਾਨੂੰ 1000 ਪਾਇਆ ਕਰਾਂਗੇ, ਅਸੀਂ ਰਹਿ ਲਾਂਗੇ ਸਰ, ਇੱਥੇ ਹੀ ਰਵਾਂਗੇ। ਨਾਲੇ ਕਿ ਜਿਹੜੇ ਹੁਣ ਆਮ ਆਦਮੀ ਪਾਰਟੀ ਕਹਿੰਦੇ 1000 ਪਾਵਾਂਗੇ, ਸੁਖਬੀਰ ਬਾਦਲ ਕਹਿੰਦਾ 2000 ਪਾਊਂ, ਕਹਿੰਦਾ ਮੈਂ ਅਜੇ ਕਾਂਗਰਸ ਦੇ ਬਿਆਨ ਆਇਆ ਨਹੀਂ ਆ। ਇਹ ਵੋਟਾਂ ਸਿਰ ਤੇ ਨੇ, ਇਹ ਕਹਿ ਰਹੇ ਨੇ ਸੀ ਨੌਜਵਾਨਾਂ ਲਈ ਇਹ ਕਰਾਂਗੇ ਉਹ ਕਰਾਂਗੇ। ਸੱਚ ਨੇ ਇਹਨਾਂ ਗੱਲਾਂ? ਇਹਨਾਂ ਬਾਰੇ ਕੀ ਕਹੋਗੇ? ਇਹ ਤਾਂ ਝੂਠੇ ਵਾਅਦੇ ਨੇ ਸਰ, ਇਹ ਤਾਂ ਹਰ 5 ਸਾਲ ਬਾਅਦ ਆਉਂਦੇ ਹੀ ਰਹਿੰਦੇ ਨੇ, ਪਰ ਇੰਪਲੋਇਮੈਂਟ ਆਵੇ ਤਾਂ ਗੱਲ ਬਣੇ। ਇਹ ਤਾਂ ਝੂਠੇ ਵਾਅਦੇ ਨੇ ਸਰ, ਕੋਈ ਕੁਛ ਕਹਿ ਦਿੰਦਾ ਹੈ ਲੈਪਟਾਪ ਦੇਵਾਂਗੇ, ਫੋਨ ਦੇਵਾਂਗੇ, ਇਹ ਕਰ ਦਾਂਗੇ ਤੁਹਾਡੇ ਲਈ, ਇਹ ਕਰ ਦਾਂਗੇ। 1000-2000 ਨਾਲ ਤਾਂ ਸਾਡਾ ਜੀਵਨ ਨਹੀਂ ਹੋ ਸਕਦਾ ਨਾ ਸਰ। ਮਹੀਨੇ ਕੀ 1000-2000 ਨਾਲ ਕੀ ਕਰ ਲਾਂਗੇ ਸਾਡੇ ਵਰਗੇ, ਜਿਹੜੀ ਹਾਊਸ ਵਾਈਫ ਹੈ। ਜਿਵੇਂ ਸਰ ਮੈਂ ਹਾਊਸ ਵਾਈਫ ਹਾਂ, ਹੁਣ ਮੇਰੇ ਵੀ ਇੰਪਲੋਇਮੈਂਟ ਐਕਸਚੇਂਜ ਤੋਂ ਆਉਂਦੇ ਆ ਪੈਸੇ, ਉਸ 1000-2000 ਨਾਲ ਸਾਡੀ ਕੀ ਬਣਦਾ? ਕੁਝ ਵੀ ਨਹੀਂ ਬਣਦਾ ਸਰ, ਉਹਦੇ ਨਾਲ ਕੁਝ ਨਹੀਂ ਬਣਦਾ। ਸਰਕਾਰਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇਗੀਆਂ ਵੀ ਨੌਜਵਾਨਾਂ ਨਾਲ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ, ਕੀ ਲੱਗਦਾ ਹੈ ਉਹਨਾਂ ਬਾਰੇ, ਤੁਸੀਂ ਕੀ ਸੋਚਦੇ ਹੋ? ਸਭ ਝੂਠੇ ਵਾਅਦੇ ਨੇ ਜੀ। ਹਾਂਜੀ, ਕਿਉਂਕਿ ਸਰਕਾਰਾਂ ਹਰ ਸਾਲ ਕਹਿੰਦੀਆਂ ਨੇ ਵੋਟਾਂ ਤੋਂ ਪਹਿਲਾਂ, ਕਿਉਂਕਿ ਉਹ ਲੋਕਾਂ ਨੂੰ ਲਾਲਚ ਦਿੰਦੀਆਂ ਨੇ ਕਿ ਉਹ ਆਪਦੀਆਂ ਵੋਟਾਂ ਲੈ ਸਕਣ ਅਤੇ ਜਿੱਤ ਸਕਣ। ਅਤੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਹ ਸਭ ਝੂਠੇ ਵਾਅਦੇ ਨੇ, ਕੋਈ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕਰਦੀ। ਹਾਂਜੀ, ਲੈਂਗੁਏਜ ਜਦੋਂ ਤੁਸੀਂ ਅੱਜ ਅੰਗਰੇਜ਼ੀ ਦਾ ਤੁਹਾਡੇ 'ਤੇ ਪੂਰਾ ਵਜਨ ਪਿਆ ਜੀ, ਅੰਗਰੇਜ਼ੀ ਸਿੱਖਣੀ ਹੈ, ਨੇਚਰਲੀ ਗੱਲ ਹੈ। ਜਦੋਂ ਉੱਧਰ ਜਾਓਗੇ ਤਾਂ ਪੰਜਾਬੀ ਤੋਂ ਕਿਤੇ ਨਾ ਕਿਤੇ ਤੁਹਾਡੀ ਦੂਰੀ ਵੱਧ ਜਾਣੀ ਹੈ। ਕੀ ਲੱਗਦਾ ਤੁਹਾਨੂੰ ਸਰਕਾਰਾਂ ਮਜਬੂਰ ਕਰ ਰਹੀਆਂ ਨੇ ਜਾਂ ਤੁਸੀਂ ਖੁਦ ਹੀ ਸੋਚ ਰਹੇ ਹੋ ਵੀ ਸਾਨੂੰ ਦੂਰ ਹੋਣਾ ਪਊਗਾ? ਜੀ ਸਰਕਾਰਾਂ ਦੂਰ ਕਰ ਰਹੀਆਂ ਨੇ, ਸਰਕਾਰਾਂ ਐਵੇਂ ਦੂਰ ਕਰ ਰਹੀਆਂ ਨੇ ਕਿਉਂਕਿ ਇੱਥੇ ਐਜੂਕੇਸ਼ਨ ਫੈਸਿਲਿਟੀ ਨਹੀਂ ਪ੍ਰੋਵਾਈਡ ਕਰਦੇ ਵਧੀਆ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਇੱਥੇ ਅਨਐਮਪਲੋਇਮੈਂਟ ਹੈ, ਤਾਂ ਕਰਕੇ ਮਜਬੂਰੀ ਮਰਿਆ ਲੋਕਾਂ ਨੂੰ ਬਾਹਰ ਜਾਣਾ ਪੈ ਰਿਹਾ ਹੈ ਅਤੇ ਆਪਦੇ ਸ਼ੌਂਕਾਂ ਨੂੰ ਪੂਰਾ ਕਰਨ ਵਾਸਤੇ ਉਹ ਬਾਹਰ ਜਾਂਦੇ ਨੇ
ਅਤੇ ਕਿਸੇ ਹੱਦ ਤੱਕ ਉਹਨਾਂ ਨੂੰ ਆਪਦੇ ਕਲਚਰ ਤੋਂ ਵੀ ਦੂਰ ਹੋਣਾ ਪੈਂਦਾ ਹੈ। ਇਸ ਕਰਕੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਰਕਾਰਾਂ ਮੇਨ ਰੋਲ ਕਰਦੀਆਂ ਨੇ ਦੂਰ ਕਰਨ ਵਿੱਚ। ਰਿਸ਼ਤੇ ਨਾਤਿਆਂ ਦੇ ਨਿਘਾਰ ਆਇਆ ਆਈਲੈਟਸ ਕਰਕੇ। ਜਿਵੇਂ ਕੈਨੇਡਾ, ਅਮਰੀਕਾ ਜਾਂ ਹੋਰ ਕੰਟਰੀ ਜਾਣ ਦੇ ਲਈ ਸਾਡੇ ਲੋਕਾਂ ਨੇ ਹੋਰਾਂ ਰਿਸ਼ਤਿਆਂ 'ਤੇ ਵਿਸ਼ਵਾਸ ਨਹੀਂ ਕੀਤਾ। ਆਪਣੀਆਂ ਭੈਣਾਂ ਨਾਲ, ਆਪਣੀ ਭੂਆ ਦੀ ਕੁੜੀ, ਆਪਣੇ ਮਾਮੇ ਦੀ ਕੁੜੀ, ਆਪਣੇ ਚਾਚੇ ਦੀ ਕੁੜੀ, ਸਕੀਆਂ ਭੈਣਾਂ ਤੋਂ ਵੱਧ ਕੇ ਜਿਹੜੀਆਂ ਹੁੰਦੀਆਂ ਨੇ, ਉਹਨਾਂ ਨੇ ਵਿਆਹ ਕਰਵਾ ਕੇ ਬਾਹਰ ਜਾਣ ਦੇ ਰਸਤੇ ਚੁਣੇ ਨੇ। ਕੀ ਕਹੋਗੇ? ਹਾਂਜੀ, ਜ਼ਿਆਦਾਤਰ ਇਹ ਵੀ ਤਾਂ ਜਾ ਰਹੇ ਨੇ ਵੀ ਕਿਉਂਕਿ ਵੀ ਆਈਲੈਟਸ ਕਰਕੇ ਵੀ ਇੱਥੇ ਕੁਛ ਹੈ ਨਹੀਂ, ਵੀ ਇੰਪਲੋਇਮੈਂਟ ਦੀ ਕਮੀ ਹੈ, ਤਾਂ ਕਰਕੇ ਵੀ ਉਹਨਾਂ ਨੂੰ ਇਹ ਹੋ ਰਿਹਾ ਵੀ ਅਸੀਂ ਬਾਹਰ ਜਾਈਏ, ਚਾਹੇ ਸਿਸਟਰ ਨਾਲ ਮਤਲਬ ਮੈਰਿਜ ਕਰਵਾ ਕੇ ਜਾ ਰਹੇ ਨੇ ਕਿਉਂਕਿ ਇੱਥੇ ਇੰਪਲੋਇਮੈਂਟ ਨਹੀਂ ਹੈਗੀ ਅਤੇ ਉਹਨਾਂ ਨੂੰ ਵੀ ਇੱਥੇ ਕੋਈ ਜੋਬ ਨਹੀਂ ਮਿਲ ਰਹੀ। ਦੈਟਸ ਦਾ ਰੀਜ਼ਨ ਇਹੀ ਹੈ ਵੀ ਉਹ ਜਾ ਰਹੇ ਨੇ। ਬੱਚੇ, ਇਸ ਗੱਲ ਬਾਰੇ ਤੁਸੀਂ ਕੀ ਕਹੋਗੇ? बहुत गलत है, ये होना ही नहीं चाहिए वैसे तो ऐसा, बट जो करवा रहे हैं मे बी उनकी कोई मजबूरी रही होगी, पर वैसे बहुत गलत है, बहुत ज़्यादा ही गलत है। बिकॉज मैरिज एक रिस्पॉन्सिबिलिटी है, ये सिर्फ ऐसे दिखावे के लिए नहीं होती। सो मेरे हिसाब से तो ये बहुत ही गलत है, होना ही नहीं चाहिए। हाँ जी, ਧੋਖਾ ਦੇ ਰਹੇ ਨੇ ਵੀ ਉਹਨਾਂ ਦੇ ਹਜ਼ੂਰੀ ਦੇ ਵਿੱਚੋਂ ਮਤਲਬ ਲਾਵਾਂ ਲੈ ਕੇ ਜਿਵੇਂ ਜਾ ਰਹੇ ਨੇ ਬਾਹਰ, ਉਹ ਖੁਦ ਨੂੰ ਵੀ ਧੋਖਾ ਦੇ ਰਹੇ ਨੇ, ਨਾਲ ਨਾਲ ਗੁਰੂ ਨਾਲ ਵੀ ਧੋਖਾ ਕਰ ਰਹੇ ਨੇ। ਤੁਹਾਨੂੰ ਕੀ ਲੱਗਦਾ ਵੀ ਇਹੋ ਜਿਹੇ ਲੋਕਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ? ये तो उनकी सिचुएशन पे डिपेंड करता है, पर होना नहीं चाहिए ऐसा, बिल्कुल भी नहीं होना चाहिए। ਲੋਕ ਕੰਟਰੈਕਟ ਮੈਰਿਜ ਕਰਾਉਂਦੇ ਨੇ, ਸਿਰਫ ਬਾਹਰ ਜਾਣ ਦੇ ਲਈ ਰਸਤੇ ਅਪਣਾਉਂਦੇ ਨੇ, ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਨੰਦ ਕਾਰਜ ਦੀ ਰਸਮ ਅਦਾ ਕਰਕੇ ਜਾਂਦੇ ਨੇ। ਕੀ ਤੁਹਾਨੂੰ ਲੱਗਦਾ ਨਹੀਂ ਵੀ ਇਹ ਲੋਕ ਗਲਤ ਕਰ ਰਹੇ ਨੇ? ਜਦੋਂ ਅਸੀਂ ਬੇਅਦਬੀ ਦੀ ਗੱਲ ਕਰਦੇ ਆ, ਜਦੋਂ ਪਿਛਲੇ ਸਾਲਾਂ ਦੇ ਵਿੱਚ ਬੇਅਦਬੀ ਹੁੰਦੀ ਹੈ, ਸਾਡੇ ਮਨਾਂ ਨੂੰ ਬਹੁਤ ਠੇਸ ਪਹੁੰਚਦੀ ਹੈ। ਕੀ ਤੁਹਾਨੂੰ ਲੱਗਦਾ ਨਹੀਂ ਇਹੋ ਜਿਹੇ ਲੋਕ ਗਲਤ ਕਰ ਰਹੇ ਨੇ? ਸਹੀ ਗੱਲ ਹੈ ਤੁਹਾਡੀ, ਗਲਤ ਤਾਂ ਕਰ ਰਹੇ ਨੇ ਵੀ ਤੁਸੀਂ ਜੇ ਕੰਟਰੈਕਟ ਮੈਰਿਜ ਕਰਾਉਣੀ ਹੀ ਹੈ ਕੋਰਟਾਂ 'ਚ ਕਰਾਓ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਸਾਹਮਣੇ ਕਿਉਂ ਕਰਾ ਰਹੇ ਹੋ? ਉਹ ਨਕਲੀ ਫੋਟੋਆਂ ਖਿਚਾਉਣ ਦਾ ਫਿਰ ਕੀ ਫਾਇਦਾ ਹੈ? ਤੁਹਾਡੇ ਅੰਦਰ ਜੇ ਤਾਂ ਇਹਨਾਂ ਦੇ ਅੰਦਰ ਮੋਰਲ ਵੈਲਿਊਜ਼ ਹੀ ਨਹੀਂ ਹੈਗੀ ਜੀ, ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ, ਜਿਹੜੇ ਐਵੇਂ ਵਿਆਹ ਕਰਾ ਕੇ ਜਾਂਦੇ ਨੇ। ਤੁਸੀਂ ਕਰਾਉਣੀ ਹੈ ਜਿਹੜਾ ਕੁਛ, ਚੱਲ ਤੁਹਾਡੀ ਮਰਜ਼ੀ, ਤੁਸੀਂ ਪਤਾ ਵੀ ਕਰਾਉਂਦੇ ਨੇ ਲੋਕ, ਤੁਸੀਂ ਕੋਰਟ ਮੈਰਿਜਾਂ ਕਰਾਓ ਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਿਉਂ ਕਰਾਉਂਦੇ ਫਿਰ? ਦੂਸਰੀ ਗੱਲ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ, ਤੁਸੀਂ ਕੀ ਸੋਚਦੇ ਹੋ ਜਦੋਂ ਲੋਕ ਬਾਹਰ ਜਾਣ ਦਾ ਰਸਤਾ ਅਪਣਾਉਣ ਦੇ ਲਈ ਆਪਣੀ ਹੀ ਭੈਣ ਨਾਲ ਵਿਆਹ ਕਰਾ ਕੇ ਜਾਂਦੇ ਨੇ? ਇਹ ਤਾਂ ਬਹੁਤ ਗਲਤ ਗੱਲ ਹੈ ਜੀ, ਤੁਹਾਨੂੰ ਦੱਸਿਆ ਹੋਣਾ ਪਹਿਲਾਂ ਵੀ ਇਹਨਾਂ ਨੇ ਵੀ, ਜਿਹੜਾ ਵਿਆਹ ਕਰਾ ਕੇ ਜਾਂਦੇ ਨੇ ਭੈਣਾਂ ਨਾਲੇ, ਉਹ ਵੀ ਇਹ ਤਾਂ ਬਹੁਤ ਗਲਤ ਗੱਲ ਹੈ। ਇਹ ਆਪ ਆਇਲਟਸ ਵੀ ਕਰ ਸਕਦੇ ਨੇ, ਚੱਲ ਆਪ ਨਹੀਂ ਹੁੰਦੀ ਹੈਗੀ, ਫਿਰ ਕੁੜੀ ਹੋਰ ਲੱਭ ਲੈਣ ਨਾ, ਜ਼ਰੂਰੀ ਹੈ ਵੀ ਭੈਣ ਨਾਲ ਹੀ ਜਾਣਾ। ਕੀ ਲੱਗਦਾ ਹੈ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ? ਇਹ ਨੌਜਵਾਨ ਤੁਸੀਂ ਆਈਲੈਟਸ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਸਾਨੂੰ ਸਰਕਾਰਾਂ ਜੇ ਇਹ ਕਰ ਦੇਣ ਤਾਂ ਅਸੀਂ ਆਈਲੈਟਸ ਦਾ ਰਸਤਾ ਛੱਡ ਕੇ ਅਸੀਂ ਹੋਰ ਕਿੱਤੇ ਵੱਲ ਜਾਂ ਇਹੋ ਜਿਹਾ ਕੀ ਕਰਨ? ਹਰੇਕ ਅੰਦਰ ਇੱਕ ਸ਼ੌਂਕ ਹੁੰਦਾ, ਕੋਈ ਖੇਤੀ ਕਰਨ ਸ਼ੌਂਕ ਰੱਖੇ, ਖੇਤੀ ਸਾਡੀ ਖਤਮ ਕਰਤੀ ਇਹਨਾਂ ਨੇ, ਸਾਡੇ ਕੰਮ ਧੰਦੇ ਖਤਮ ਕਰਤੇ। ਤੁਹਾਨੂੰ ਕੀ ਸੋਚਦੇ ਹੋ ਵੀ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ? ਵੱਧ ਤੋਂ ਵੱਧ ਬਿਜ਼ਨਸ ਦੇ ਆਪਸ਼ਨ ਦੇਣੇ ਚਾਹੀਦੇ ਨੇ ਸਰਕਾਰ ਨੂੰ, ਨਾਲ ਨਾਲ ਓਪਰਚੁਨਿਟੀਜ਼ ਦੇਣੀਆਂ ਚਾਹੀਦੀਆਂ ਨੇ ਨੌਕਰੀ ਦੀਆਂ, ਜਿਹੜੀਆਂ ਕਿ ਆਪਦੇ ਸ਼ੌਂਕ ਪੂਰੇ ਕਰ ਸਕੇ, ਅਤੇ ਇੱਕ ਜੋਬ ਐਵੇਂ ਦੀ ਹੋਵੇ ਕਿ ਸੇਫ ਕਰੇ ਅਗਲਾ, ਵੀ ਸੇਫਲੀ ਆਪਦਾ ਕੰਪਲੀਟ ਕਰ ਸਕੇ ਸੇਫ ਜੋਬ। ਬਹੁਤ ਸਾਰੇ ਕੰਮ ਕੀਤੇ ਹੈਗੇ ਨੇ, ਬਹੁਤ ਸਾਰੇ ਨੌਜਵਾਨ ਕਰ ਵੀ ਰਹੇ ਨੇ। ਤੁਹਾਨੂੰ ਕੀ ਲੱਗਦਾ ਕੋਈ ਤੁਸੀਂ ਕੀ ਕਰਨਾ ਚਾਹੁੰਦੇ ਹੋ? ਜੇ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲੇ ਤਾਂ ਤੁਸੀਂ ਕੀ ਕਰਨਾ ਚਾਹੋਗੇ? ਕੋਈ ਵੀ ਬਿਜ਼ਨਸ ਸਟਾਰਟ ਕਰੂੰਗਾ ਆਪਦੇ ਪ੍ਰੋਫੈਸ਼ਨਲ ਦੇ ਨਾਲ ਰਿਲੇਟਡ, ਜਿਵੇਂ ਕਿ ਮੈਨੂੰ ਆਪਦਾ ਲਿਟਰੇਚਰ ਦੇ ਨਾਲ ਪਿਆਰ ਹੈਗਾ, ਪੰਜਾਬੀ ਦੇ ਨਾਲ ਹਾਲੇ ਵੀ, ਅਤੇ ਉਹਦੇ ਵਿੱਚ ਹੀ ਆ ਕੇ ਕੁਛ ਨਾ ਕੁਛ ਲੈ ਕੇ ਆਉਣਾ ਚਾਹੁੰਦਾ ਮੈਂ ਨਵਾਂ, ਕੁਛ ਵੀ ਅੱਗੇ ਜਾ ਕੇ, ਬਾਹਰ ਵੀ ਜਾ ਕੇ ਇਹੀ ਸੋਚ ਰਿਹਾ ਕੁਛ ਨਾ ਕੁਛ ਨਵਾਂ ਹੀ ਲੈ ਕੇ ਆਊਂਗਾ। ਕੀ ਕਹਿਣਾ ਚਾਹੋਗੇ ਵੀ ਸਰਕਾਰਾਂ ਨੂੰ, ਕਿਉਂਕਿ ਹੁਣ ਮੈਨੀਫੈਸਟੋ ਬਣਨਗੇ, ਉਹਨਾਂ ਮੈਨੀਫੈਸਟੋ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਮੁੱਖ ਰੱਖ ਕੇ ਦੱਸ ਦਿਓ ਵੀ ਆਹ ਹੋ ਜੇ ਯਾਰ, ਵੀ ਸ਼ਾਇਦ ਅਸੀਂ ਸਾਡਾ ਭਵਿੱਖ ਬਣ ਜਾਊਗਾ। ਸਰ ਇੱਕ ਤਾਂ ਇਹ ਗੱਲ ਹੈ ਕਿ ਪਰਮਾਨੈਂਟ ਜੀ ਆਪਣੀ ਇਹ ਮਤਲਬ ਕਿ ਇਹ ਸੈਲਰੀ ਹੋਵੇ ਬੈਸਟ ਜੀ, ਰੈਪੂਟੇਟਡ ਆਪਣੀ ਇਹ ਜੋਬ ਹੋਵੇ, ਟਾਈਮ ਟੂ ਟਾਈਮ ਆਪਾਂ ਆਈਏ ਅਤੇ ਆਪਾਂ ਇਹ ਜਾਈਏ। ਹੁਣ ਐਵੇਂ ਦੇਖੋ ਜੀ ਸਰ, ਆਪਾਂ ਜਿਵੇਂ ਆਪਾਂ ਮਜ਼ਦੂਰ ਲਿਆਂਦੇ ਆ ਗਾਮ 'ਚੋਂ ਜੀ, ਮਤਲਬ ਉਹਨੂੰ 500 ਰੁਪਈਆ ਦਿੰਦੇ ਆਪਾਂ, ਐਜ਼ ਕੰਪੇਅਰ ਟੂ ਜੇ ਆਪਾਂ ਬਾਹਰ ਜਾਈਏ ਜੀ, ਆਪਣੇ 1 ਘੰਟੇ ਦੀ ਆਪਣੇ 1000 ਰੁਪਏ ਬਣਦੇ। ਇਸ ਕਰਕੇ ਜੀ ਦੂਜਾ ਨੰਬਰ ਹੈ ਜੀ ਆਪਣੀ ਮਹਿੰਗਾਈ। ਹੁਣ 500 ਰੁਪਏ ਦੇ ਜੇ ਆਪਾਂ ਨੂੰ ਐਵੇਂ ਰੱਖਣਗੇ ਜੀ, ਇਹ ਤੁਸੀਂ ਆਪ ਸੋਚੋ ਜੀ, 1 ਦਿਨ ਦੇ 500 ਰੁਪਏ ਨਾਲ ਤਾਂ ਜੀ ਆਪਣੀ ਘਰ ਦਾ ਐਨ ਫੁੱਲ ਗੁਜ਼ਾਰਾ ਵੀ ਨਹੀਂ ਹੁੰਦਾ। ਅਤੇ ਦੂਜਾ ਨੰਬਰ ਜੀ ਆਪਣੀ ਬਜਟ ਨਹੀਂ ਹੋਊ ਜੀ, ਦੋਨਾਂ ਜੀ ਆਪਾਂ ਥੱਲੇ ਆਪਾਂ ਇਹ ਜਾਵਾਂਗੇ। ਇਹਦੇ ਨਾਲ ਜੀ ਜੇ ਆਪਾਂ ਨੂੰ ਜੀ ਵਧੀਆ ਰੁਪਏ ਹੋਣ ਜੀ, ਵੈਲ ਸੁੱਟਡ ਆਪਣੀ ਇਹ ਜੋਬ ਹੋਵੇ,
ਤਾਂ ਆਪਾਂ ਨੂੰ ਇਹ ਸਰਕਾਰਾਂ ਦੇ ਦੇਣ ਇੰਪਲੋਇਮੈਂਟ। ਪ੍ਰਵੀਨ, ਛੋਟੀ ਉਮਰ ਦੇ ਵਿੱਚ ਮਾਪੇ ਵਿਆਹ ਕਰ ਰਹੇ ਨੇ, +2 ਵਾਲੀ ਕੁੜੀ ਆਈਲੈਟਸ ਕਰ ਜਾਂਦੀ ਹੈ, ਵਿਆਹ ਦੀ ਉਮਰ ਨਹੀਂ ਹੁੰਦੀ, ਪਰ ਉਹਦੀ ਵਜ੍ਹਾ ਕਾਰਨ ਫਿਰ ਤਲਾਕਾਂ ਦੀ ਨੌਬਤ ਆਉਂਦੀ ਹੈ। ਕੀ ਕਹੋਗੇ ਇਹੋ ਜਿਹੇ ਲੋਕਾਂ ਨੂੰ? ਕਿ ਇੰਨੀ ਛੋਟੀ ਉਮਰ 'ਚ ਵਿਆਹ ਨਹੀਂ ਕਰਨਾ ਚਾਹੀਦਾ। ਬੱਚੇ ਇੰਨੇ ਮੈਚੋਰ ਨਹੀਂ ਹੁੰਦੇ ਕਿ ਉਹ ਲਾਈਫ ਦੇ ਐਡੇ ਵੱਡੇ ਡਿਸੀਜ਼ਨ ਲੈ ਸਕਣ। ਉੱਥੇ ਉਹ ਜਾ ਕੇ ਨਿਊ ਮੀਨਸ ਬਾਹਰਲੀ ਲਾਈਫ ਕਿਵੇਂ ਸੈਟਲ ਕਰਨਗੇ, ਉਹਨਾਂ ਲਈ ਖੁਦ ਨੂੰ ਸਾਂਭ ਲੈਣ, ਇਹ ਬਹੁਤ ਵੱਡੀ ਗੱਲ ਹੈ। ਕਿ ਉਹ ਅੱਗੇ ਆਪਦੇ ਸਹੁਰੇ ਘਰ ਦੀ ਫੈਮਿਲੀ ਦਾ ਕਿੱਥੋਂ ਐਡਜਸਟ ਕਰਨਗੇ। ਅਲੱਗ-ਅਲੱਗ ਡਿਮਾਂਡਾਂ ਨੇ ਸਭ ਦੀਆਂ, ਸਾਨੂੰ ਇਹ ਵਾ। ਤਾਂ ਆਈ ਥਿੰਕ ਕਿ ਉਹ ਖੁਦ ਨੂੰ ਪਹਿਲਾਂ ਆਪਣੇ ਪੈਰਾਂ 'ਤੇ ਖੜੇ ਹੋ ਜਾਣ, ਫਿਰ ਕਿਤੇ ਦੂਜਿਆਂ ਦੀ ਰਿਸਪੌਂਸੀਬਿਲਟੀ ਲੈ ਸਕਣਗੇ ਨਾ। ਘੱਟੋ ਘੱਟ 22-23 ਦੀ ਉਮਰ ਹੋਵੇ, 18-17 ਸਹੀ ਨਹੀਂ ਹੈਗਾ ਕਿ ਉਹ ਅੱਗੇ ਸਾਂਭ ਸਕਣ ਹੋਰਾਂ ਨੂੰ। ਦਾ ਦੌਰ ਚੱਲ ਰਿਹਾ, ਚੋਣਾਂ ਸਿਰ ਤੇ ਆਣ ਖੜੀਆਂ ਪੰਜਾਬ ਦੇ ਵਿੱਚ। ਕੀ ਡਿਮਾਂਡ ਰੱਖਾਂਗੇ ਸਰਕਾਰ ਕੋਲੇ ਵੀ ਇਹੋ ਜਿਹਾ ਮੈਨੀਫੈਸਟੋ ਤੁਹਾਡੇ ਲਈ ਕੀ ਪਾਉਣ? ਤੇਰੀ ਨਿੱਜੀ ਰਾਏ ਕੀ ਹੈ ਵੀ ਜੇ ਸਾਨੂੰ ਸਰਕਾਰਾਂ ਇਹ ਕਰ ਦੇਣ ਤਾਂ ਹੋ ਸਕਦਾ ਅਸੀਂ ਇੱਥੇ ਆਪਣਾ ਭਵਿੱਖ ਬਣਾ ਲਈਏ? ਸਾਨੂੰ ਇੱਕ ਤਾਂ ਸਰਕਾਰ ਸੇਫਟੀ ਦੇ ਕੁੜੀਆਂ ਨੂੰ ਵੀ, ਇੱਥੇ ਮਤਲਬ ਕੁੜੀਆਂ ਸੇਫ ਨੇ ਸਾਡੀ ਕੰਟਰੀ ਦੇ ਵਿੱਚ, ਅਤੇ ਉਹਨਾਂ ਨੂੰ ਕੰਮ ਦੇ। ਮਤਲਬ ਜਿਹੜੇ ਲੋਕ ਬੇਰੁਜ਼ਗਾਰ ਨੇ ਉਹਨਾਂ ਨੂੰ ਵੀ ਕੰਮ ਦੇਣ, ਅਤੇ ਜਿਹੜੇ ਮਤਲਬ ਜਿਨ੍ਹਾਂ ਕੋਲ ਘਰ ਨਹੀਂ ਹੈਗੇ ਘਰ ਦੇਣ, ਜਿਹੜੇ ਸੜਕਾਂ 'ਤੇ ਰਹਿੰਦੇ ਨੇ, ਠੰਡ ਦੇ ਵਿੱਚ ਮਰਦੇ ਨੇ, ਛੋਟੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਦੇ ਨਾਲ, ਉਹ ਸਾਰੇ ਬਾਹਰ ਸੜਕ ਦੇ ਉੱਤੇ ਠੰਡ 'ਚ ਰਹਿਣਗੇ, ਉਹਨਾਂ ਨੂੰ ਵੀ ਸੇਫਟੀ ਪ੍ਰੋਵਾਈਡ ਕਰਨ ਅਤੇ ਉਹਨਾਂ ਲਈ ਹੈਲਥ ਫੈਸਿਲਿਟੀਜ਼ ਵੀ ਦੇਣ। ਤੁਸੀਂ ਸੁਣਿਆ ਆਈਲੈਟਸ ਕਰ ਰਹੇ ਵਿਦਿਆਰਥੀਆਂ ਨੂੰ। ਇਹਨਾਂ ਵਿਦਿਆਰਥੀਆਂ ਨੇ ਇੱਥੇ ਹੀ ਰਹਿ ਕੇ PCS ਬਣਨਾ ਸੀ ਅਤੇ ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਉੱਚੇ ਰੁਤਬਿਆਂ 'ਤੇ ਉੱਚੇ ਅਹੁਦਿਆਂ 'ਤੇ ਪਹੁੰਚਣਾ ਸੀ, ਵੱਡੇ ਵੱਡੇ ਜਿਹੜੇ ਟੈਸਟ ਨੇ, ਵੱਡੇ ਵੱਡੇ ਅਫਸਰ ਬਣਨਾ ਸੀ। ਪਰ ਸਾਡੀ ਇਹ ਕਰੀਮ, ਸਾਡੇ ਇਹ ਇੰਟੈਲੀਜੈਂਟ ਜਵਾਕ ਇੱਥੇ ਆਪਣਾ ਭਵਿੱਖ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਅਤੇ ਇਸ ਲਈ ਇਹ ਕੈਨੇਡਾ ਅਮਰੀਕਾ ਵੱਲ ਜਾ ਰਹੇ ਨੇ। ਸੋ ਸਮੇਂ ਦੀਆਂ ਸਰਕਾਰਾਂ ਨੂੰ ਇਹ ਸੋਚਣਾ ਪਏਗਾ ਕਿ ਸਾਡੇ ਇਸ ਭਵਿੱਖ ਨੂੰ, ਜਿਹੜੀਆਂ ਸਰਕਾਰਾਂ ਇਹ ਕਹਿ ਰਹੀਆਂ ਨੇ ਜਾਂ ਜਿਹੜੇ ਆਉਣ ਵਾਲੇ ਜਿਨ੍ਹਾਂ ਦੀ ਸੱਤਾ ਵਿੱਚ ਨਹੀਂ ਹੈਗੇ ਅਤੇ ਉਹ ਕਹਿ ਰਹੇ ਨੇ ਕਿ ਅਸੀਂ ਬਾਹਰ ਜਾਣ ਲਈ ਲੋਨ ਦੇਵਾਂਗੇ, ਉਸ ਦੇ ਉਲਟ ਜ਼ਰੂਰਤ ਹੈ ਇਹਨਾਂ ਬੱਚਿਆਂ ਦਾ ਭਵਿੱਖ ਇੱਥੇ ਬਣਾਉਣ ਦੀ, ਤਾਂ ਕਿ ਸਾਡੀਆਂ ਇਹ ਧੀਆਂ, ਸਾਡੀਆਂ ਇਹ ਬੇਟੀਆਂ, ਸਾਡੇ ਨੌਜਵਾਨ ਮੁੰਡੇ ਇੱਥੇ ਰਹਿ ਕੇ ਆਪਣਾ ਚੰਗਾ ਭਵਿੱਖ ਬਣਾ ਸਕਦੇ ਹੋਣ। ਸੋ ਬਣੇ ਰਹੋ ਸਿਰਲੇਖ ਦੇ ਨਾਲ। ਸੁੱਖੀ ਮੰਘਾਣੀਆਂ, ਵੀਡੀਓ ਜਰਨਲਿਸਟ ਹਰਵਿੰਦਰ ਅਲੀ ਸ਼ੇਰ।